बच्चों अज की BA 5th ਸਮੈਸਟਰ ਦੀ ਵਰਚੁਅਲ ਕਲਾਸ 'ਚ ਤੁਹਾਡਾ ਸਵਾਗਤ ਹੈ। ਕੱਲ੍ਹ ਅਸੀਂ ਇੱਕ ਨਵਾਂ ਚੈਪਟਰ ਯੂਨਿਟ 1 ਦਾ ਸ਼ੁਰੂ ਕੀਤਾ ਸੀ ਕੰਪੈਰੇਟਿਵ ਮੈਥਡ ਵਾਲਾ। ਉਹਦੇ ਵਿੱਚ ਅਸੀਂ ਜਿਹੜਾ ਕੰਪੈਰੇਟਿਵ ਮੈਥਡ ਦਾ ਇਤਿਹਾਸ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਸੀ, ਇਤਿਹਾਸ ਬਾਰੇ ਦੱਸਿਆ ਸੀ। ਤਾਂ ਅਸੀਂ ਉਹਦਾ ਜਿਹੜਾ ਅਰਥ ਹੈ ਉਹਦੇ ਉੱਤੇ ਵੀ ਜਿਹੜੀ ਚਰਚਾ ਕੀਤੀ ਸੀ, ਡੈਫੀਨੇਸ਼ਨਸ ਜਿਹੜੀਆਂ ਹੈ, ਪਰਿਭਾਸ਼ਾਵਾਂ ਜਿਹੜੀਆਂ ਹੈ ਉਹ ਡਿਸਕਸ ਆਪਾਂ ਜਿਹੜੀਆਂ ਕੀਤੀਆਂ ਸੀ। ਹੁਣ ਅੱਜ ਦਾ ਜਿਹੜਾ ਲੈਕਚਰ ਹੈ ਸਾਡਾ ਬਹੁਤ ਜ਼ਿਆਦਾ ਜਿਹੜਾ ਹੈਗਾ ਮਹੱਤਵਪੂਰਨ ਹੈਗਾ। ਇਹਦੇ ਵਿੱਚ ਅਸੀਂ ਜਿਹੜਾ ਹੈਗਾ ਜਿਹੜੇ ਹੋਰ ਆਸਪੈਕਟਸ ਹੈਗੇ ਆ ਕੰਪੈਰੇਟਿਵ ਮੈਥਡ ਦੇ, ਉਹਦੇ ਉੱਤੇ ਜਿਹੜਾ ਹੈ ਅਸੀਂ ਚਰਚਾ ਜਿਹੜੀ ਹੈ ਕਰਾਂਗੇ। ਸੋ ਮੈਂ ਤੁਹਾਡੇ ਨਾਲ ਇੱਥੇ ਇੱਕ ਜਿਹੜੀ ਹੈ PPT ਜਿਹੜੀ ਹੈ ਉਹ ਸ਼ੇਅਰ ਕਰਨ ਲੱਗਾ ਹੈ। ਸੋ ਇਹ ਇੱਕ ਜਿਹੜਾ ਹੈ ਚਿੱਤਰ ਦਰਸਾਇਆ ਗਿਆ ਕੰਪੈਰੇਟਿਵ ਮੈਥਡ ਦਾ, ਜਿਹਦੇ ਵਿੱਚ ਦੱਸਿਆ ਗਿਆ ਕਿ ਕਿਹੜੇ ਕਿਹੜੇ ਦੇਸ਼ਾਂ ਨੇ ਜਿਹੜਾ ਹੈਗਾ ਕੰਪੈਰੇਟਿਵ ਮੈਥਡ ਨੂੰ ਜਿਹੜਾ ਹੈ ਅਪਣਾਇਆ ਹੋਇਆ ਜਾਂ ਕੰਪੈਰੇਟਿਵ ਮੈਥਡ ਦਾ ਵਾਈ ਐਂਡ ਹਾਊ ਟੂ ਕੰਪੇਅਰ ਕੰਟਰੀਜ਼, ਕਿੱਦਾਂ ਅਸੀਂ ਦੇਸ਼ਾਂ ਦੇ ਸੰਵਿਧਾਨਾਂ ਦਾ ਜਾਂ ਦੇਸ਼ਾਂ ਦੇ ਜਿਹੜੇ ਰਾਜਨੀਤਿਕ ਪ੍ਰਣਾਲੀਆਂ ਹੈ ਉਹਨਾਂ ਦਾ ਅਸੀਂ ਜਿਹੜਾ ਹੈਗਾ ਕੰਪੈਰੀਜ਼ਨ ਜਿਹੜਾ ਹੈ ਉਹ ਕਰ ਸਕਦੇ ਹਾਂ ਜਾਂ ਤੁਲਨਾ ਜਿਹੜੀ ਹੈ ਉਹ ਕਰ ਸਕਦੇ ਹਾਂ। ਫਿਰ ਡਿਸਕ੍ਰਿਪਸ਼ਨ ਐਂਡ ਕਲਾਸੀਫਿਕੇਸ਼ਨ ਐਂਡ ਹਾਈਪੋਥੇਸਿਸ, ਟੈਸਟਿੰਗ, ਪ੍ਰੈਡਿਕਸ਼ਨ। ਹਾਈਪੋਥੇਸਿਸ ਕੀ ਹੁੰਦਾ? ਹਾਈਪੋਥੇਸਿਸ ਨੂੰ ਅਸੀਂ ਪੰਜਾਬੀ ਦੇ ਵਿੱਚ ਕਹਿੰਦੇ ਹਾਂ ਪਰਿਕਲਪਨਾਵਾਂ। ਸੋ ਪਰਿਕਲਪਨਾਵਾਂ 'ਤੇ ਆਧਾਰਿਤ ਜਿਹੜਾ ਹੈ ਸਿਧਾਂਤ ਨਿਰਮਾਣ ਹੁੰਦਾ। ਅਸੀਂ ਕੁਝ ਜਿਹੜਾ ਹੈ ਪਰਿਕਲਪਨਾਵਾਂ ਲੈਂਦੇ ਹਾਂ, ਉਹਨਾਂ ਪਰਿਕਲਪਨਾਵਾਂ ਨੂੰ, ਉਸ ਡਾਟੇ ਨੂੰ ਜਾਂ ਉਹਨਾਂ ਪਰਿਕਲਪਨਾਵਾਂ ਨੂੰ ਜਾਂ ਉਹਨਾਂ ਤੱਤਾਂ ਨੂੰ ਜਿਹੜਾ ਹੈ ਅਸੀਂ ਕਲਾਸੀਫਾਈ ਕਰਦੇ ਹਾਂ। ਕਲਾਸੀਫਿਕੇਸ਼ਨ ਆਫ ਜਿਹੜਾ ਹੈ ਡਾਟਾ ਹੁੰਦਾ। ਔਰ ਉਸ ਤੋਂ ਬਾਅਦ ਜਿਹੜਾ ਹੈਗਾ ਪ੍ਰੋਬਲਮਸ ਆਫ ਫॉर डिस्कशन ਜਿਹੜੀਆਂ ਹੈ ਉਹ ਚੁਣੀਆਂ ਜਾਂਦੀਆਂ। ਕਲਾਸੀਫਿਕੇਸ਼ਨ ਹੋ ਗਈ। ਕਲਾਸੀਫਿਕੇਸ਼ਨ ਤੋਂ ਬਾਅਦ ਸਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਕਿਹੜੀਆਂ ਚੀਜ਼ਾਂ ਅਸੀਂ ਜਿਹੜਾ ਹੈ ਤੁਲਨਾ ਲਾਇਕ ਹੈਗੇ, ਕਿਹੜੇ ਯੂਨਿਟਸ, ਪਰ ਕਿਹੜੇ ਯੂਨਿਟਸ ਜਿਹੜੇ ਹੈ ਤੁਲਨਾ ਲਾਇਕ ਨਹੀਂ ਹੈ। ਸੋ ਪ੍ਰੋਬਲਮਸ ਆਫ ਜਿਹੜੀਆਂ ਕੰਪੈਰੀਜ਼ਨ। ਨੈਕਸਟ ਜਿਹੜੀ ਸਾਡੀ ਸਲਾਈਡ ਹੈਗੀ ਹੈ, ਅਸੀਂ ਉਹਦੇ ਵੱਲ ਵੱਧਦੇ ਹਾਂ। ਹੁਣ ਜਿਹੜੇ ਫਾਰਮੂਲੇਟ ਐਂਡ ਟੈਸਟ ਹਾਈਪੋਥੇਸਿਸ। ਹੁਣ ਹਾਈਪੋਥੇਸਿਸ ਜਾਂ ਪਰਿਕਲਪਨਾਵਾਂ ਦਾ ਨਿਰਧਾਰਨ ਜਿਹੜਾ ਹੈ ਉਹ ਕਿਸ ਤਰ੍ਹਾਂ ਹੁੰਦਾ ਹੈ? ਉਹ ਕਹਿੰਦਾ ਹੈ ਵੀ ਕੈਨ ਡਿਵੈਲਪ ਐਂਡ ਸਕੂਟਨਾਈਜ਼ਡ ਕੁਐਸਚਨਸ ਡੂ ਪੋਲੈਰਿਟੀ ਇਨ ਉਹਨੇ ਇੱਕ ਐਗਜ਼ਾਮਪਲ ਦਿੱਤੀ ਹੈ ਕਿ ਮੰਨ ਲਓ ਅਸੀਂ ਇਸ ਵਿਸ਼ੇ ਉੱਤੇ ਜਿਹੜਾ ਹੈ ਅਧਿਐਨ ਕਰਨਾ ਹੈ, ਡੂ ਪੋਲੈਰਿਟੀ ਆਫ ਇਲੈਕਟੋਰਲ ਸਿਸਟਮਸ ਆਲਵੇਜ਼ ਪ੍ਰੋਡਿਊਸ ਟੂ ਪਾਰਟੀ ਸਿਸਟਮ। ਠੀਕ ਹੈ ਜੀ, ਇਹ ਕੁਐਸਚਨ ਹੈ, ਮਤਲਬ ਇਹ ਪ੍ਰੋਬਲਮ ਹੈ। ਸੋ ਇਹਦੇ 'ਤੇ ਆਧਾਰਿਤ ਜਿਹੜਾ ਹੈ ਅਸੀਂ ਜਿਹੜਾ ਹੈ ਪਹਿਲੇ ਜਿਹੜਾ ਹੈ ਡਾਟਾ ਇਕੱਠਾ ਕਰਾਂਗੇ, ਤੱਤ ਇਕੱਠਾ ਕਰਾਂਗੇ। ਉਹ ਕਹਿੰਦਾ ਹੈ ਕਿ ਜਿਹੜੀ ਚੁਣਾਵ ਪ੍ਰਣਾਲੀਆਂ ਦੀ ਬਹੁਲਤਾ ਹੈਗੀ ਹੈ ਕਿ ਉਹ ਜ਼ਿੰਮੇਵਾਰ ਹੈ ਦੋ ਪ੍ਰਣਾਲੀ ਵਿਵਸਥਾ ਵਾਸਤੇ ਜਾਂ ਦੋ ਪਾਰਟੀ ਵਿਵਸਥਾ ਵਾਸਤੇ। ਸੋ ਇਹ ਸਾਨੂੰ ਕਿੱਦਾਂ ਪਤਾ ਲੱਗੇਗਾ? ਅਸੀਂ ਜਨਰਲੀ ਤਾਂ ਕਹਿ ਸਕਦੇ ਕਿ ਇਹ ਚੀਜ਼ ਜਿਹੜੀ ਹੈਗੀ ਹੈ, ਇਹ ਜਿਹੜੀ ਬਹੁਲਤਾ ਹੈਗੀ ਹੈ ਇਲੈਕਟੋਰਲ ਸਿਸਟਮ ਦੀ, ਉਹ ਜਿਹੜਾ ਹੈ ਟੂ ਪਾਰਟੀ ਸਿਸਟਮ ਦੇ ਜਨਮ ਦੇ ਵਿੱਚ ਸਹਾਇਕ ਹੁੰਦੀ ਹੈ। ਮਤਲਬ ਇਹ ਜਨਰਲਾਈਜੇਸ਼ਨ ਹੈ। ਠੀਕ ਹੈ ਜੀ, ਇੱਕ ਜਨਰਲਾਈਜ਼ਡ ਜਿਹੜੀ ਹੈ ਪਰਿਕਲਪਨਾ ਹੈਗੀ ਹੈ। ਲੇਕਿਨ ਬਾਅਦ ਦੇ ਵਿੱਚ ਇਹਨੂੰ ਸਾਨੂੰ ਪ੍ਰੂਵ ਕਰਨ ਵਾਸਤੇ ਜਿਹੜਾ ਹੈ ਸਾਨੂੰ ਫੈਕਟਸ ਇਕੱਠੇ ਕਰਨੇ ਪੈਣਗੇ, ਡਾਟਾ ਇਕੱਠਾ ਕਰਨਾ ਹੋਏਗਾ। ਫਿਰ ਅਸੀਂ ਜਿਹੜਾ ਹੈ ਵੱਖ-ਵੱਖ ਦੇਸ਼ਾਂ ਦੇ ਵਿੱਚ ਜਿਹੜੇ ਇਲੈਕਟੋਰਲ ਸਿਸਟਮ ਚੱਲ ਰਹੇ ਹੈ ਜਾਂ ਇਲੈਕਟੋਰਲ ਵਿਵਸਥਾਵਾਂ ਹੈਗੀਆਂ, ਉਹਨਾਂ ਦਾ ਜਿਹੜਾ ਹੈ ਆਪਸ ਦੇ ਵਿੱਚ ਜਿਹੜਾ ਹੈ ਅਸੀਂ ਜਿਹੜਾ ਹੈਗਾ ਕੰਪੈਰੀਜ਼ਨ ਜਿਹੜਾ ਹੈ ਉਹ ਕਰਾਂਗੇ। ਹੁਣ ਫਿਰ ਦੂਸਰਾ ਕੁਐਸਚਨ ਉੱਥੇ ਉਹ ਇਹ ਪੁੱਛ ਰਿਹਾ ਕਿ ਡੂ ਰੈਵੋਲੂਸ਼ਨਸ ਓਨਲੀ ਅਕਰ ਆਫਟਰ ਕੰਟਰੀ ਹੈਜ਼ ਸਫਰ ਡਿਫੀਟ ਇਨ ਵਾਰ। ਉਹ ਕਹਿੰਦਾ ਜਦੋਂ ਕੋਈ ਦੇਸ਼ ਹਾਰ ਜਾਂਦਾ ਹੈ ਤਾਂ ਉਸੇ ਦੇਸ਼ ਦੇ ਵਿੱਚ ਹਾਰ ਤੋਂ ਬਾਅਦ ਜਿਹੜਾ ਹੈ ਵਿਦਰੋਹ ਪਨਪਦਾ ਹੈ ਜਾਂ ਨਹੀਂ ਪਨਪਦਾ। ਇਹ ਵੀ ਇੱਕ ਜਨਰਲਾਈਜ਼ ਸਟੇਟਮੈਂਟ ਹੈ। ਇਹਨੂੰ ਵੀ ਪ੍ਰੂਵ ਕਰਨ ਵਾਸਤੇ ਜਿਹੜਾ ਹੈ ਸਾਨੂੰ ਫੈਕਟਸ ਜਿਹੜੇ ਹੈਗੇ ਆ ਉਹ ਇਕੱਠੇ ਕਰਨੇ ਪੈਣਗੇ। ਵਿਦਾਊਟ ਕੰਪੈਰੀਜ਼ਨ ਵੀ ਵੁੱਡ ਲੈਕ ਜਨਰਲ ਨੌਲੇਜ ਆਫ ਪੋਲੀਟਿਕਸ, ਦੇਅਰਫੋਰ ਐਬਿਲਿਟੀ ਟੂ ਐਕਸਪਲੇਨ। ਸੋ ਇਹਦੇ ਵਿੱਚ ਵੀ ਅਸੀਂ ਉਹਨਾਂ ਸਾਰੀਆਂ ਕੰਟਰੀਜ਼ ਦਾ ਅਧਿਐਨ ਕਰਾਂਗੇ ਜਿਨ੍ਹਾਂ ਦੇ ਵਿੱਚ ਯੁੱਧ ਹੋਏ ਔਰ ਜਿਨ੍ਹਾਂ ਕੰਟਰੀਜ਼ ਦੇ ਵਿੱਚ ਯੁੱਧ ਤੋਂ ਬਾਅਦ ਕਿਹਨਾਂ ਕੰਟਰੀਜ਼ ਦੇ ਵਿੱਚ ਜਿਹੜਾ ਵਿਦਰੋਹ ਹੋਇਆ ਜਾਂ ਕਿਹਨਾਂ ਕੰਟਰੀਜ਼ ਦੇ ਵਿੱਚ ਵਿਦਰੋਹ ਨਹੀਂ ਹੋਇਆ, ਉਹਦੇ ਉੱਤੇ ਜਿਹੜਾ ਹੈ ਅਸੀਂ ਜਿਹੜੀ ਹੈਗੀ ਹੈ ਚਰਚਾ ਜਿਹੜੀ ਹੈ ਕਰਾਂਗੇ। ਸੋ ਯੂ ਕੈਨ ਨਾਟ ਬੀ ਸਾਇੰਟਿਫਿਕ ਇਫ ਯੂ ਆਰ ਨਾਟ ਕੰਪੇਅਰਿੰਗ। ਸੋ ਇਹ
ਜਨਰਲਾਈਜ਼ਡ ਜਿਹੜੀਆਂ ਸਟੇਟਮੈਂਟਸ ਹੁੰਦੀਆਂ ਹੈ ਉਹਨਾਂ 'ਤੇ ਆਧਾਰਿਤ ਜਿਹੜਾ ਹੈ ਹਾਈਪੋਥੀਸਿਸ ਜਿਹੜਾ ਹੈ ਕ੍ਰੀਏਟ ਕੀਤਾ ਜਾਂਦਾ ਹੈ ਜਾਂ ਪਰਿਕਲਪਨਾਵਾਂ ਬਣਾਈਆਂ ਜਾਂਦੀਆਂ। ਪਰਿਕਲਪਨਾਵਾਂ ਦੀ ਇਮਾਰਤ ਜਿਹੜੀ ਹੈ ਉਹਦੇ 'ਤੇ ਜਿਹੜੀ ਹੈ ਬਣਾਈ ਜਾਂਦੀ ਹੈ। ਸੋ ਉਸ ਤੋਂ ਬਾਅਦ ਹੀ ਜਿਹੜਾ ਹੈਗਾ ਅੱਗੇ ਅਸੀਂ ਜਿਹੜਾ ਹੈਗਾ ਫਿਰ ਸਾਇੰਟੀਫਿਕਲੀ ਉਸ ਜਿਹੜਾ ਹੈ ਉਸ ਚੀਜ਼ ਨੂੰ ਜਿਹੜਾ ਹੈ ਅਸੀਂ ਪ੍ਰੂਵ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰਦੇ। ਸੋ ਸਭ ਤੋਂ ਪਹਿਲਾਂ ਇਹ ਹੋਇਆ ਜਦੋਂ ਆਪਾਂ ਗੱਲ ਕਰਨੀ ਹੈ ਕਿ ਕਿਹੜੀਆਂ ਵਿਧੀਆਂ ਰਾਹੀਂ ਅਸੀਂ ਕੰਪੈਰੇਟਿਵ ਮੈਥਡ ਯੂਜ਼ ਕਰ ਸਕਦੇ ਹਾਂ ਜਾਂ ਕਿਹੜੇ ਵਿਧੀਆਂ ਰਾਹੀਂ ਜਿਹੜਾ ਹੈ ਪ੍ਰੀਰੈਕੁਇਜ਼ਿਟਸ ਕਿਹੜੇ ਹੈ ਜਿਸ ਰਾਹੀਂ ਜਿਹੜਾ ਹੈ ਕੰਪੈਰੇਟਿਵ ਮੈਥਡ ਜਿਹੜਾ ਹੈਗਾ ਅਸੀਂ ਉਹਦੇ ਵਿੱਚ ਕਲਾਸੀਫਿਕੇਸ਼ਨ ਆ ਜਾਂਦਾ, ਉਹਦੇ ਵਿੱਚ ਫਿਰ ਸਿਲੈਕਸ਼ਨ ਆਫ ਯੂਨਿਟਸ ਆ ਜਾਂਦੇ, ਉਹਦੇ ਵਿੱਚ ਫਿਰ ਪਰਿਕਲਪਨਾਵਾਂ ਹਾਈਪੋਥੀਸਿਸ ਆ ਜਾਂਦੇ, ਫਿਰ ਟੈਸਟਿੰਗ ਐਂਡ ਵੈਰੀਫਿਕੇਸ਼ਨ ਆਫ ਹਾਈਪੋਥੀਸਿਸ ਆ ਜਾਂਦੇ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੈ ਇਹਦੇ ਰਾਹੀਂ ਇਹ ਕੁਝ ਪ੍ਰੀਰਿਕੁਇਜ਼ਿਟ ਹੈਗੇ ਆ ਜਿਹਦੇ ਦੁਆਰਾ ਜਿਹੜਾ ਅਸੀਂ ਕੰਪੈਰੇਟਿਵ ਮੈਥਡ ਯੂਜ਼ ਕਰਕੇ ਜਿਹੜਾ ਹੈਗਾ ਅਸੀਂ ਜਿਹੜੀ ਆਪਣੀ ਜਿਹੜੀ ਰਿਸਰਚ ਹੈ ਉਹ ਕਰ ਸਕਦੇ ਹਾਂ ਜਾਂ ਅਧਿਐਨ ਜਿਹੜਾ ਹੈ ਕਿਸੇ ਵੀ ਵਿਸ਼ੇ ਦੇ ਵਿੱਚ ਅਧਿਐਨ ਕਰਨ ਵਾਸਤੇ ਜਿਹੜਾ ਹੈ। ਹੁਣ ਅਗਰ ਅਸੀਂ ਨੈਚੁਰਲ ਸਾਇੰਸਿਸ ਦੀ ਗੱਲ ਕਰੀਏ ਜਾਂ ਲਾਈਫ ਸਾਇੰਸਿਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਹਰ ਚੀਜ਼ ਨੂੰ ਸਾਨੂੰ ਲੈਬ ਦੇ ਵਿੱਚ ਜਿਹੜਾ ਹੈ ਜਾ ਕੇ ਟੈਸਟ ਕਰਨਾ ਪੈਂਦਾ। ਹੁਣ ਸੋਸ਼ਲ ਸਾਇੰਸਿਸ ਦੇ ਵਿੱਚ ਨਹੀਂ ਇਸ ਤਰ੍ਹਾਂ ਹੋ ਸਕਦਾ। ਸੋਸ਼ਲ ਸਾਇੰਸਿਸ ਦੇ ਵਿੱਚ ਜਿਹੜਾ ਸੋਸ਼ਲ ਸਿਸਟਮ ਹੈ ਜਾਂ ਜਿਹੜਾ ਪੋਲੀਟੀਕਲ ਸਿਸਟਮ ਹੈ ਜਾਂ ਜਿਹੜਾ ਸਾਡਾ ਇਕਨੋਮਿਕ ਸਿਸਟਮ ਹੈ ਉਹਦੇ ਵਿੱਚ ਉਹੀ ਸਾਡੀ ਜਿਹੜੀ ਹੈ ਪ੍ਰਯੋਗਸ਼ਾਲਾ ਹੈ ਉਹਦੇ ਵਿੱਚੋਂ ਹੀ ਜਿਹੜਾ ਹੈ ਸਾਨੂੰ ਜਿਹੜਾ ਇਹ ਜਿਹੜੇ ਆ ਸਾਰੀਆਂ ਚੀਜ਼ਾਂ ਲੱਭਣੀਆਂ ਪੈਂਦੀਆਂ ਔਰ ਉਸ ਤੋਂ ਬਾਅਦ ਜਿਹੜਾ ਉਸ ਹਿਸਾਬ ਨਾਲ ਜਿਹੜਾ ਸਾਨੂੰ ਜਿਹੜਾ ਹੈਗਾ ਕੰਮ ਜਿਹੜਾ ਉਹ ਕਰਨਾ ਪੈਂਦਾ। ਐਡੀਸ਼ਨਲ ਬੈਨੀਫਿਟ ਕੀ ਹੈਗਾ ਇਸ ਵਿਧੀ ਨੂੰ ਅਪਣਾਉਣ ਦਾ? ਟੂ ਹੈਲਪ ਐਂਡ ਐਡਰੈਸ ਦ ਕਾਊਂਟਰ ਫੈਕਚੁਅਲਸ ਵਟ ਵੀ ਹੈਵ ਅਵਾਰਡ ਐਥਨੋਸੈਂਟਰਿਜ਼ਮ। ਠੀਕ ਹੈ ਜੀ, ਮਤਲਬ ਇਹਦਾ ਪ੍ਰਮੁੱਖ ਜਿਹੜਾ ਫਾਇਦਾ ਹੈਗਾ ਕਿ ਪਹਿਲੇ ਕੀ ਸੀਗਾ 1950 ਤੋਂ ਪਹਿਲਾਂ ਕੀ ਸੀਗਾ ਜਿਹੜਾ ਟ੍ਰੈਡੀਸ਼ਨਲ ਕੰਪੈਰੇਟਿਵ ਮੈਥਡ ਸੀਗਾ ਉਹਦੇ ਵਿੱਚ ਅਸੀਂ ਇਹਨਾਂ ਵਿਧੀਆਂ ਦਾ ਪ੍ਰਯੋਗ ਨਹੀਂ ਕਰਦੇ ਸੀ। ਉਹਦੇ ਵਿੱਚ ਅਸੀਂ ਸਟੈਟਿਸਟੀਕਲ ਵਿਧੀ ਨਹੀਂ ਯੂਜ਼ ਕਰਦੇ ਸੀ, ਅਸੀਂ ਐਕਸਪੈਰੀਮੈਂਟਲ ਵਿਧੀ ਨਹੀਂ ਯੂਜ਼ ਕਰਦੇ ਸੀ, ਅਸੀਂ ਹਰ ਚੀਜ਼ ਨੂੰ ਜਿਹੜਾ ਹੈ ਸਾਇੰਟੀਫਿਕ ਪ੍ਰੂਵ ਕਰਨ ਦੀ ਕੋਸ਼ਿਸ਼ ਜਿਹੜਾ ਹੈ ਨਹੀਂ ਕਰਦੇ ਸੀ। ਸੋ ਹੁਣ ਇਹਦਾ ਕੰਪੈਰੇਟਿਵ ਮੈਥਡ ਯੂਜ਼ ਕਰਨ ਦਾ ਪਰਪਸ ਇਹੀ ਹੈ ਕਿ ਅਸੀਂ ਇੱਕ ਸਾਇੰਟੀਫਿਕ ਜਿਹੜਾ ਹੈ ਮਤਲਬ ਕਿ ਥਿਊਰੀ ਬਿਲਡਿੰਗ ਕਰਨੀ ਹੈ ਜਿਹੜੀ ਫੈਕਟਸ 'ਤੇ ਆਧਾਰਿਤ ਹੋਵੇ। ਸਾਇੰਟੀਫਿਕ ਦਾ ਮਤਲਬ ਇਹ ਨਹੀਂ ਕਿ ਉਹਨੂੰ ਆਪਾਂ ਵਿਗਿਆਨਿਕ ਕਰ ਦੇਣਾ। ਜਦੋਂ ਮੈਂ ਸਾਇੰਟੀਫਿਕ ਵਰਡ ਯੂਜ਼ ਕਰ ਰਿਹਾ ਉਹਦਾ ਅਰਥ ਜਿਹੜਾ ਹੈਗਾ ਇੱਥੇ ਇਹ ਨਹੀਂ ਹੈਗਾ ਕਿ ਹਰ ਚੀਜ਼ ਨੂੰ ਜਿਹੜਾ ਹੈਗਾ ਮਤਲਬ ਕਿ ਅਸੀਂ ਪ੍ਰਯੋਗਸ਼ਾਲਾ 'ਚ ਜਾ ਕੇ ਜਿਹੜਾ ਹੈ ਅਸੀਂ ਲੈਬ ਦੇ ਵਿੱਚ ਜਾ ਕੇ ਜਿਹੜਾ ਹੈ ਕੋਈ ਵੀ ਸੋਸ਼ਲ ਸਾਇੰਸ ਦਾ ਫਿਨੋਮੀਨਨ ਹੈਗਾ ਉਹਨੂੰ ਪ੍ਰੂਵ ਨਹੀਂ ਕਰ ਸਕਦੇ। ਸਾਡੀ ਜਿਹੜੀ ਲੈਬੋਰੇਟਰੀ ਹੈ ਸੋਸ਼ਲ ਪੋਲੀਟੀਕਲ ਸਿਸਟਮ ਹੈਗਾ। ਹੁਣ ਮੰਨ ਲਓ ਇੱਕ ਚੀਜ਼ ਹੈਗੀ ਹੈ ਜਾਂ ਅਸੀਂ ਕਿਸੇ ਦੇਸ਼ ਦਾ ਅਧਿਐਨ ਕਰਨਾ ਹੈ, ਕਿਸੇ ਦੇਸ਼ ਬਾਰੇ ਜਾਣਨਾ ਹੈ ਤਾਂ ਅਸੀਂ ਉਹਦੀ ਜਿਹੜੀ ਧਾਰਮਿਕ ਵਿਵਸਥਾ ਹੈ, ਉਹਦੀ ਜਿਹੜੀ ਆਰਥਿਕ ਵਿਵਸਥਾ ਹੈ, ਉਹਦੀ ਜਿਹੜੀ ਰਾਜਨੀਤਿਕ ਵਿਵਸਥਾ ਹੈ, ਉਹਦਾ ਜਿਹੜਾ ਸੋਸ਼ਲ ਸਿਸਟਮ ਹੈ ਜਾਂ ਸੋਸ਼ਲ ਵਿਵਸਥਾ ਉਹਦਾ ਅਧਿਐਨ ਕਰਾਂਗੇ ਤਾਂ ਹੀ ਸਾਨੂੰ ਉਸ ਦੇਸ਼ ਬਾਰੇ ਜਿਹੜਾ ਹੈ ਪਤਾ ਲੱਗੇਗਾ। ਫਰਜ਼ ਕਰੋ ਅਸੀਂ ਭਾਰਤ ਬਾਰੇ ਪੜ੍ਹਨਾ ਹੋਏ ਜਾਂ ਅਸੀਂ ਜਿਹੜਾ ਹੈ ਯੂਰਪ ਦੇ ਕਿਸੇ ਦੇਸ਼ ਬਾਰੇ ਪੜ੍ਹਨਾ ਹੋਏ ਜਾਂ ਅਫਰੀਕਾ ਤੇ ਅਮਰੀਕਾ ਦੇ ਕਿਸੇ ਦੇਸ਼ ਬਾਰੇ ਪੜ੍ਹਨਾ ਹੋਏ ਤਾਂ ਜਿਹੜਾ ਸਾਨੂੰ ਜਿਹੜਾ ਹੈਗਾ ਉਹ ਚੀਜ਼ ਦਾ ਜਿਹੜਾ ਖਿਆਲ ਰੱਖਣਾ ਪਏਗਾ। ਇਹ ਸਾਰੀਆਂ ਚੀਜ਼ਾਂ ਦੇ ਆਧਾਰਿਤ ਜਿਹੜਾ ਆਪਣਾ ਜਿਹੜਾ ਅਧਿਐਨ ਕਰਨਾ ਪਏਗਾ ਤਾਂ ਹੀ ਸਾਨੂੰ ਜਿਹੜਾ ਹੈ ਉਹ ਇਸ ਬਾਰੇ ਜਿਹੜੀ ਹੈਗੀ ਹੈ ਉਹ ਜਾਣਕਾਰੀ ਜਿਹੜੀ ਹੈ ਉਹ ਪ੍ਰਾਪਤ ਹੋਵੇਗੀ। ਸੋ ਹੁਣ ਅਸੀਂ ਜਿਹੜਾ ਰੈਕੁਇਜ਼ਿਟਸ ਜਿਹੜੇ ਆ ਡਿਸਕਸ ਕਰ ਲਏ ਨੇ। ਹੁਣ ਉਸ ਤੋਂ ਬਾਅਦ ਅਸੀਂ ਜਿਹੜਾ ਅਗਲਾ ਜਿਹੜਾ ਆਪਣਾ ਹੈਗਾ ਉਹਦੇ ਵਿੱਚ ਜਿਹੜਾ ਹੁਣ ਉਹ ਕਹਿੰਦਾ ਕੰਟਰੀਜ਼ ਨੂੰ ਜਿਹੜਾ ਅਸੀਂ ਕੰਪੇਅਰ ਕਿਸ ਤਰ੍ਹਾਂ ਕਰੀਦਾ। ਕੰਟਰੀਜ਼ ਮਸਟ ਬੀ ਕੰਪੇਅਰ ਅਗੇਂਸਟ ਅ ਕਾਮਨ ਕੰਸੈਪਟ। ਜਿਹੜਾ ਇੱਕ ਕਾਮਨ ਕੰਸੈਪਟ ਹੁੰਦਾ ਹੈ ਜਾਂ ਜਨਰਲਾਈਜ਼ਡ ਕੰਸੈਪਟ ਹੁੰਦਾ ਹੈ ਉਹਦੇ ਆਧਾਰ ਉੱਤੇ ਜਿਹੜਾ ਦੇਸ਼ਾਂ ਦਾ ਜਿਹੜਾ ਹੈਗਾ ਕੰਪੈਰੀਜ਼ਨ ਕੀਤਾ ਜਾਂਦਾ। ਦ ਕੋਨੋਨੇਸ਼ਨ ਆਫ ਨੈਸ਼ਨਲ ਪ੍ਰਾਈਡ ਡਿਫਰਸ ਕੰਸੀਡਰੇਬਲੀ ਬਿਟਵੀਨ ਜਰਮਨੀ ਐਂਡ ਗ੍ਰੀਸ। ਠੀਕ ਹੈ, ਹੁਣ ਨੈਸ਼ਨਲਿਜ਼ਮ ਦੀ ਜਦੋਂ ਗੱਲ ਆਉਂਦੀ ਹੈ ਰਾਸ਼ਟਰੀਵਾਦ ਦੀ ਗੱਲ ਕਰਦੇ, ਅਗਰ ਅਸੀਂ ਕਿਸੇ ਦੇਸ਼ ਦੇ ਰਾਸ਼ਟਰੀਵਾਦ ਨੂੰ ਦੂਸਰੇ ਦੇਸ਼ ਦੇ ਰਾਸ਼ਟਰੀਵਾਦ ਨਾਲ ਕੰਪੇਅਰ ਕਰਨਾ ਹੈ ਤਾਂ ਉਹ ਦੋਨਾਂ ਦੇ ਰਾਸ਼ਟਰੀਵਾਦ ਦੀਆਂ ਜਿਹੜੀਆਂ ਪਰਿਭਾਸ਼ਾਵਾਂ ਹੈਗੀਆਂ ਜਾਂ ਜਿਹੜੀਆਂ ਹੋਰ ਚੀਜ਼ਾਂ ਹੈ ਰਾਸ਼ਟਰਵਾਦ ਨਾਲ ਜੁੜੀਆਂ ਹੋਈਆਂ ਉਹਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਇੱਥੇ ਨੇ। ਜਿਹੜਾ ਜਰਮਨੀ ਅਤੇ ਗ੍ਰੀਸ ਦੀ ਐਗਜ਼ਾਮਪਲ ਲਈ ਹੈ। ਹੁਣ ਜਿਹੜੇ ਜਰਮਨ ਸੀਗੇ ਉਹ ਅਗਰੈਸਿਵ ਨੈਸ਼ਨਲਿਜ਼ਮ ਦੇ ਵਿੱਚ ਜਿਹੜਾ ਹੈ ਉਹ ਬਿਲੀਵ ਕਰਦੇ ਸੀ, ਜਦ ਕਿ ਜਿਹੜੇ
ਯੂਨਾਨੀ ਲੋਕ ਸੀਗੇ ਉਹ ਜਿਹੜਾ ਲਿਬਰਲ ਸੌਰਟ ਆਫ ਜਿਹੜਾ ਨੈਸ਼ਨਲਿਜ਼ਮ ਹੁੰਦਾ ਹੈ ਉਹਦੇ ਵਿੱਚ ਬਿਲੀਵ ਕਰਦੇ ਸੀ। ਔਰ ਦੂਸਰਾ ਪੁਆਇੰਟ ਇਹਦੇ ਵਿੱਚ ਹੈਗਾ ਐਨਾਲਾਈਜ਼ਿੰਗ ਪੋਲੀਟੀਕਲ ਬਿਹੇਵੀਅਰ ਅਕ੍ਰੋਸ ਕੰਟਰੀਜ਼। ਸੋ ਪੋਲੀਟੀਕਲ ਬਿਹੇਵੀਅਰ ਨੂੰ ਐਨਾਲਾਈਜ਼ ਕਰਨ ਵਾਸਤੇ ਅਸੀਂ ਵੱਖ-ਵੱਖ ਦੇਸ਼ਾਂ ਦੇ ਵਿੱਚ ਜਿੱਦਾਂ ਦਾ ਰਾਜਨੀਤਿਕ ਵਿਵਹਾਰ ਹੈਗਾ ਹੈ ਉਹਨੂੰ ਵੀ ਜਿਹੜਾ ਹੈ ਆਪਸ ਦੇ ਵਿੱਚ ਜਿਹੜਾ ਹੈ ਕੰਪੇਅਰ ਜਿਹੜਾ ਹੈ ਉਹ ਕਰਨਾ ਪਊਗਾ। ਸੋ ਮੈਂ ਇੱਥੇ ਤੁਹਾਡੇ ਨਾਲ ਕੁਝ ਜਿਹੜਾ ਤੁਹਾਡੀ ਬੁੱਕ ਦੇ ਵਿੱਚ ਜਿਹੜਾ ਹੈਗਾ ਕੁਝ ਹੁਣ ਇੱਕ ਵਿਚਾਰਕ ਹੋਇਆ ਜੀ, ਅੱਗੇ ਵਧਾਉਣਾ ਮੈਂ ਆਪਣੇ ਲੈਕਚਰ ਨੂੰ। ਹੁਣ ਇੱਕ ਵਿਚਾਰਕ ਹੋਇਆ ਪ੍ਰੋਫੈਸਰ ਮਾਰਕੀਟਸ। ਹੁਣ ਪ੍ਰੋਫੈਸਰ ਮਾਰਕੀਟਸ ਨੇ ਜਿਹੜਾ ਹੈਗਾ ਤੁਲਨਾਤਮਕ ਜਿਹੜੀ ਵਿਧੀ ਹੈ ਉਹਦੀ ਬਹੁਤ ਜਿਹੜਾ ਹੈ ਡਿਟੇਲ ਦੇ ਵਿੱਚ ਜਿਹੜੀ ਇੱਕ ਪਰਿਭਾਸ਼ਾ ਜਿਹੜੀ ਹੈ ਉਹ ਦਿੱਤੀ ਹੈ। ਔਰ ਉਹਨੇ ਹੀ ਜਿਹੜੇ ਹੈ ਆਪਰੇਸ਼ਨਲ ਐਸਪੈਕਟ ਹੈਗਾ ਜਿਹੜਾ ਕੰਪੈਰੀਟਿਵ ਮੈਥਡ ਦਾ ਉਹਦੇ ਉੱਤੇ ਜਿਹੜੀ ਹੈ ਉਹਨੇ ਜਿਹੜੀ ਹੈਗੀ ਹੈ ਚਰਚਾ ਕੀਤੀ ਹੈ, ਜਾਂ ਕੰਪੈਰੀਟਿਵ ਮੈਥਡ ਅਸੀਂ ਕਿੱਦਾਂ ਯੂਜ਼ ਕਰ ਸਕਦੇ ਹਾਂ, ਜਾਂ ਉਹਦੇ ਕਿਹੜੇ ਪ੍ਰੀ ਰੈਕੁਇਜ਼ਿਟਸ ਹੈਗੇ ਆ ਉਹਦੇ ਉੱਤੇ ਜਿਹੜਾ ਹੈ ਉਹਨੇ ਚਰਚਾ ਕੀਤੀ ਹੈ। ਹੁਣ ਉਸ ਤੋਂ ਪਹਿਲਾਂ ਇੱਕ ਹੋਰ ਵਿਚਾਰਕ ਹੋਏ ਨੇ ਡਾਕਟਰ ਗਾਰਨਰ। ਉਹ ਕੀ ਕਹਿੰਦੇ ਆ, only those states which are contemporary in point of time and which have common historical basis, common historical, political and social institutions may be compared with advantage। ਕਹਿੰਦਾ ਜਿਹੜਾ ਗਾਰਨਰ ਹੈ ਉਹ ਇਹ ਕਹਿ ਰਿਹਾ ਹੈ ਕਿ ਉਹਨਾਂ ਦੇਸ਼ਾਂ ਦਾ ਕੰਪੈਰੀਜ਼ਨ ਹੋ ਸਕਦਾ ਹੈ ਆਪਸ ਦੇ ਵਿੱਚ ਔਰ ਈਜ਼ੀਲੀ ਹੋ ਸਕਦਾ ਹੈ ਜਿਨ੍ਹਾਂ ਦਾ ਜਿਹੜਾ ਕਾਮਨ ਇਤਿਹਾਸ ਹੈ, ਹਿਸਟੋਰੀਕਲ ਬੇਸ ਜਿਹੜਾ ਹੈ ਬੇਸਿਸ ਜਿਹੜੇ ਇੱਕੋ ਜਿਹੇ ਹੈ। ਫਿਰ ਉਸ ਤੋਂ ਬਾਅਦ ਉਹ ਕਹਿ ਰਿਹਾ ਹੈ ਕਿ ਹਿਸਟੋਰੀਕਲ, ਪੋਲੀਟੀਕਲ ਐਂਡ ਸੋਸ਼ਲ ਇੰਸਟੀਟਿਊਸ਼ਨਸ ਮੇ ਬੀ ਕੰਪੇਅਰਡ ਵਿਦ ਐਡਵਾਂਟੇਜ। ਸੋ ਇਹਨਾਂ ਦੇਸ਼ਾਂ ਦੇ ਵਿੱਚ ਜਿਹੜਾ ਹਿਸਟੋਰੀਕਲ, ਇਤਿਹਾਸਿਕ, ਰਾਜਨੀਤਿਕ ਅਤੇ ਜਿਹੜੀਆਂ ਸਮਾਜਿਕ ਸੰਸਥਾਵਾਂ ਹੈ ਉਹਨਾਂ ਨੂੰ ਅਸੀਂ ਈਜ਼ੀਲੀ ਜਿਹੜਾ ਹੈ ਐਡਵਾਂਟੇਜਸ ਪੋਜੀਸ਼ਨ ਦੇ ਵਿੱਚ ਜਿਹੜਾ ਹੈ ਅਸੀਂ ਕੰਪੇਅਰ ਕਰ ਸਕਦੇ ਹਾਂ। ਫਿਰ ਇੱਕ ਹੋਰ ਜਿਹੜੇ ਹੈ ਵਿਚਾਰਕ ਹੋਏ ਨੇ ਜਿਨ੍ਹਾਂ ਦਾ ਨਾਮ ਹੈਗਾ ਹੈ ਬੀਅਰ ਐਂਡ ਉਲਮਾ। ਬੀਅਰ ਐਂਡ ਉਲਮਾ ਕੀ ਕਹਿੰਦੇ ਨੇ, the steps involved in comparative method are description, classification, explanation and comparison। ਕਹਿੰਦੇ ਕਿਹੜੀਆਂ ਵਿਧੀਆਂ ਰਾਹੀਂ ਅਸੀਂ ਜਿਹੜੇ ਵੱਖ-ਵੱਖ ਰਾਜਨੀਤਿਕ ਵਿਵਸਥਾਵਾਂ ਹੈ ਉਹਨਾਂ ਦਾ ਅਸੀਂ ਕੰਪੈਰੀਜ਼ਨ ਕਰ ਸਕਦੇ ਹਾਂ। ਔਰ ਕੰਪੈਰੀਟਿਵ ਮੈਥਡ 'ਚ ਜਾਂ ਤੁਲਨਾਤਮਕ ਵਿਧੀ 'ਚ ਕੀ ਹੁੰਦਾ ਹੈ ਉਹਦੇ ਵਿੱਚ ਕਹਿੰਦਾ ਕਿਸੇ ਵੀ ਵਿਵਸਥਾ ਦਾ ਜਿਹੜਾ ਹੈ ਲੇਖਾ ਜੋਖਾ ਹੁੰਦਾ ਹੈ ਜਾਂ ਡਿਸਕ੍ਰਿਪਸ਼ਨ ਜਿਹੜਾ ਉਹ ਹੁੰਦਾ। ਫਿਰ ਉਹਦੇ ਵਿੱਚ ਕਲਾਸੀਫਿਕੇਸ਼ਨ ਮਤਲਬ ਅਸੀਂ ਜਿਹੜਾ ਵਰਗੀਕਰਨ ਕਰਦੇ ਹਾਂ ਕਿ ਕਿਹੜੇ ਯੂਨਿਟਸ ਦਾ ਕੰਪੈਰੀਜ਼ਨ ਕਰਨਾ ਹੈ, ਕਿਹੜੇ ਯੂਨਿਟਸ ਦਾ, ਕਿਹੜੇ ਪੋਲੀਟੀਕਲ ਯੂਨਿਟਸ ਦਾ ਅਸੀਂ ਕੰਪੈਰੀਜ਼ਨ ਨਹੀਂ ਕਰਨਾ। ਫਿਰ ਉਹਨਾਂ ਜਿਹੜੇ ਪੋਲੀਟੀਕਲ ਯੂਨਿਟਸ ਹੈਗੇ ਆ ਉਹਨਾਂ ਨੂੰ ਜਿਹੜਾ ਹੈਗਾ ਕੁਆਂਟੀਫਾਈ ਕੀਤਾ ਜਾਂਦਾ। ਕੁਆਂਟੀਫਾਈ ਮਤਲਬ ਫੈਕਚੁਅਲ ਬੇਸਿਸ ਉੱਤੇ ਉਹਨਾਂ ਨੂੰ ਜਿਹੜਾ ਹੈਗਾ ਕੰਪੇਅਰ ਕੀਤਾ ਜਾਂਦਾ। ਐਕਸਪਲੇਨੇਸ਼ਨ ਐਂਡ ਕੰਪੈਰੀਜ਼ਨ, ਫਿਰ ਉਹਨਾਂ ਨੂੰ ਜਿਹੜਾ ਹੈ ਐਕਸਪਲੇਨ ਕੀਤਾ ਜਾਂਦਾ ਔਰ ਫਿਰ ਲਾਸਟ ਦੇ ਵਿੱਚ ਉਹਨਾਂ ਨੂੰ ਕੰਪੇਅਰ ਕਰਕੇ ਜਿਹੜੇ ਆ ਆਪਣੇ ਰਿਜ਼ਲਟਸ ਜਿਹੜੇ ਆ ਉਹ ਦੱਸੇ ਜਿਹੜੇ ਆ ਜਾਂਦੇ। ਠੀਕ ਹੈ ਜੀ। ਹੁਣ ਮਾਰਕੀਟਸ 'ਤੇ ਆ ਜਾਂਦੇ ਆਪਾਂ। ਮਾਰਕੀਟਸ ਕੀ ਕਹਿੰਦਾ ਹੈਗਾ, comparative method consists of first collection description of facts drawn from some classificatory scheme। ਕਹਿੰਦਾ ਪਹਿਲੇ ਕਲੈਕਸ਼ਨ ਆਫ ਡਾਟਾ ਹੁੰਦਾ ਹੈ, ਫਿਰ ਉਹਨੂੰ ਜਿਹੜੇ ਤੱਤ ਉਹਦੇ 'ਚ ਮੌਜੂਦ ਹੁੰਦੇ ਆ ਉਹਦੇ ਆਧਾਰ ਉੱਤੇ ਜਿਹੜਾ ਉਹਨਾਂ ਦਾ ਵਰਗੀਕਰਨ ਜਿਹੜਾ ਪੋਲੀਟੀਕਲ ਯੂਨਿਟਸ ਦਾ ਕੀਤਾ ਜਾਂਦਾ। ਸੈਕਿੰਡ, the uniformities and differences are identified and described। ਸੋ ਜਿਹੜੇ ਪੋਲੀਟੀਕਲ ਯੂਨਿਟਸ ਅਸੀਂ ਲਏ ਆ ਉਹਨਾਂ ਦੇ ਵਿੱਚ ਕਿਹੜੀਆਂ ਸਮਾਨਤਾਵਾਂ, ਕਿਹੜੀਆਂ ਅਸਮਾਨਤਾਵਾਂ, ਉਹਨਾਂ ਦੀ ਤੁਲਨਾ ਵੀ ਆਪਸ ਦੇ ਵਿੱਚ ਜਿਹੜੀ ਹੈ ਉਹ ਕੀਤੀ ਜਾਂਦੀ। ਥਰਡ, ਟੈਂਟੇਟਿਵ ਹਾਈਪੋਥੇਸਿਸ ਅਬਾਊਟ ਇੰਟਰ ਰਿਲੇਸ਼ਨਸ਼ਿਪ। ਉਸ ਤੋਂ ਬਾਅਦ ਜਿਹੜਾ ਹੈ ਪਰਿਕਲਪਨਾਵਾਂ ਜਿਹੜੀਆਂ ਐਸਟੈਬਲਿਸ਼ ਕੀਤੀਆਂ ਜਾਂਦੀਆਂ, ਹਾਈਪੋਥੇਸਿਸ ਬਣਾਇਆ ਜਾਂਦਾ। ਇਨ ਦੀ ਪੋਲੀਟੀਕਲ ਪ੍ਰੋਵੈਬ ਜਿਹੜੇ ਅਸੀਂ ਯੂਨਿਟਸ ਲਏ ਹੈ ਉਸ ਆਧਾਰ ਉੱਤੇ ਉਹਨਾਂ ਨੂੰ ਕੰਪੇਅਰ ਕਰਕੇ ਕੁਝ ਜਿਹੜੇ ਕੁਐਸਚਨਸ ਜਾਂ ਕੁਝ ਜਨਰਲਾਈਜੇਸ਼ਨਸ ਜਾਂ ਕੁਝ ਪਰਿਕਲਪਨਾਵਾਂ ਜਿਹੜੀਆਂ ਐਸਟੈਬਲਿਸ਼ ਕੀਤੀਆਂ ਜਾਂਦੀਆਂ। ਫੋਰਥ ਸਟੈਪ ਉਹ ਕਹਿੰਦਾ ਹੈ these are tentative hypotheses and verified through rigorous empirical observation। Fifth, the acceptable findings are set forth।
ਅਸੈਪਟੇਬਲ ਫਾਈਂਡਿੰਗਸ ਆਰ ਸੈਟ ਫੋਰਥ। ਸੋ ਜਿਹੜੇ ਅਸੈਪਟੇਬਲ ਫਾਈਂਡਿੰਗਸ ਹੈਗੀਆਂ ਉਹਨਾਂ ਨੂੰ ਸਾਹਮਣੇ ਜਿਹੜਾ ਲਿਆਇਆ ਜਾਂਦਾ। ਠੀਕ ਹੈ ਜੀ। ਇਹ ਰੋਏ ਜਿਹੜਾ ਮਾਰਕੀਟਸ ਹੈ ਉਹਨੇ ਜਿਹੜਾ ਹੈ ਕੁਝ ਪ੍ਰੋਫੈਸਰ ਮਾਰਕੀਟਸ ਕਹਿ ਲਓ ਤੁਸੀਂ, ਉਸਨੇ ਕੁਝ ਸਟੈਪਸ ਦੱਸੇ ਹੈ ਜਿਹਦੇ ਦੁਆਰਾ ਅਸੀਂ ਜਿਹੜਾ ਹੈ ਵੱਖ-ਵੱਖ ਜਿਹੜੀਆਂ ਰਾਜਨੀਤਿਕ ਵਿਵਸਥਾਵਾਂ ਹੈਗੀਆਂ ਵਿਸ਼ਵ ਦੇ ਵਿੱਚ ਉਹਨਾਂ ਦੀ ਅਸੀਂ ਤੁਲਨਾ ਕਰਕੇ ਜਿਹੜਾ ਹੈ ਅਸੀਂ ਜਾਂ ਤੁਲਨਾਤਮਕ ਵਿਧੀ ਨੂੰ ਇਸ ਰਾਹੀਂ ਉਠਾਇਆ ਅਸੀਂ ਵਰਤੋਂ ਕਰ ਸਕਦੇ ਹਾਂ। ਸੋ ਅਗਰ ਇਹਦੇ ਪੁਆਇੰਟਸ ਦੀ ਆਪਾਂ ਗੱਲ ਕਰੀਏ, ਸਿਲੈਕਸ਼ਨ ਆਫ ਪ੍ਰੋਪਰ ਯੂਨਿਟਸ ਹੋਣੇ ਚਾਹੀਦੇ ਹੈ। ਕੰਪੈਰੀਜ਼ਨ ਤਾਂ ਹੀ ਵਧੀਆ ਤਰ੍ਹਾਂ ਹੋ ਸਕਦਾ ਹੈ ਅਗਰ ਜਿਹੜੇ ਸਾਡੇ ਯੂਨਿਟਸ ਆਫ ਕੰਪੈਰੀਜ਼ਨ ਸਹੀ ਨੇ। ਫਿਰ ਕਲਾਸੀਫਿਕੇਸ਼ਨ, ਫਿਰ ਵਰਗੀਕਰਨ ਅਸੀਂ ਕਰਦੇ ਹਾਂ ਪੋਲੀਟੀਕਲ ਯੂਨਿਟਸ ਦਾ, ਫਿਰ ਫਾਰਮੂਲੇਸ਼ਨ ਆਫ, ਫਿਰ ਪਰਿਕਲਪਨਾਵਾਂ ਕਰਦੇ ਹਾਂ, ਫਿਰ ਟੈਸਟਿੰਗ ਐਂਡ ਰੀਡਿਫਾਈਨਿੰਗ ਆਫ ਹਾਈਪੋਥੇਸਿਸ, ਫਿਰ ਵੈਰੀਫਿਕੇਸ਼ਨ ਹੁੰਦੀ ਹੈ ਜੀ ਹਾਈਪੋਥੇਸਿਸ ਦੀ, ਪਰਿਕਲਪਨਾਵਾਂ ਦੀ। Every investigator tests and conclusions are drawn by him on the basis of new facts, figures and conditions. He examines them to see whether his hypothesis and conclusion withstand the new test of figures। ठीक है जी। वो फिर टेस्टिंग, फिर थ्योरी बिल्डिंग, उस तो बाद थ्योरी बिल्डिंग, फिर किसी भी कंक्लूजन दिता जाता है कि वैदर कोई भी अगर क्वेश्चन है, मान लो असी अगर एक क्वेश्चन पुट किया है मतलब रिसर्च वास्ते भी भारत के जोड़ा यूरोपीयन देश है उन्होंने तो लोकतंत्र जोड़ा है वधिया तरह चल रहा है। सो उस संबंध के असी सारा कुछ जोड़ा इकट्ठा करके फिर उस तो बाद जोड़ा वह जोड़ा कंक्लूजन ड्रॉन करेंगे। सो अज असी जोड़ा है हुण कल का जोड़ा अपना लैक्चर होएगा मंडे वाला, ਉਹਦੇ ਵਿੱਚ ਅਸੀਂ ਤੁਲਨਾਤਮਕ ਵਿਧੀ ਦਾ ਜਿਹੜਾ ਹੈਗਾ ਵਿਸ਼ੇ ਵਸਤੂ ਹੈ ਉਹਦੇ ਉੱਤੇ ਡਿਸਕਸ਼ਨ ਜਿਹੜੀ ਹੈ ਅਸੀਂ ਕਰਾਂਗੇ। ਠੀਕ ਹੈ। ਥੈਂਕ ਯੂ ਵੈਰੀ ਮਚ ਫॉर ਅਟੈਂਡਿੰਗ ਦਿਸ।